ਰੋਜ਼ਾਨਾ ਲੋਕਨਾਟ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ। ਲੰਮੀ ਚੱਲੀ ਇਸ ਮੀਟਿੰਗ ਦੇ ਵਿੱਚ ਕੁਝ ਗੱਲਾਂ ਦੇ ਉੱਪਰ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਜੋ ਕਿ ਝੁੰਦਾ ਦੀ ਸਿਫਾਰਿਸ਼ ਕੀਤੀ ਗਈ ਸੀ ਝੁੰਦਾ ਕਮੇਟੀ ਦੇ ਵੱਲੋਂ। ਕਿੰਨਾ ਗੱਲਾਂ ਦੇ ਉੱਪਰ ਸਹਿਮਤੀ ਬਣੀ ਹੈ ਉਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਪ੍ਰਧਾਨਗੀ ਨੂੰ ਲੈ ਕੇ ਜੋ ਰੇੜਕਾ ਚੱਲ ਰਿਹਾ ਸੀ ਉਸ ਦਾ ਵੀ ਨਿਵਾਰਨ ਹੁੰਦਾ ਨਜ਼ਰ ਆਇਆ ਇਸ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ। ਕਿਸ ਦੇ ਕੋਲ ਜਾਏਗੀ ਪ੍ਰਧਾਨਗੀ ਜਾਂ ਫਿਰ ਸੁਖਬੀਰ ਸਿੰਘ ਬਾਦਲ ਹੀ ਬਣੇ ਰਹਿਣਗੇ ਪ੍ਰਧਾਨ, ਇਸ ਬਾਰੇ ਵੀ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਉਸ ਅਹਿਮ ਮੀਟਿੰਗ ਦੀ ਜਿਹੜੀ ਮੀਟਿੰਗ ਦਿੱਲੀ ਦੇ ਵਿੱਚ ਹੋਈ ਹੈ ਅਰਵਿੰਦ ਕੇਜਰੀਵਾਲ, ਭਗਵੰਤ ਸਿੰਘ ਮਾਨ ਤੇ ਰਾਘਵ ਚੱਡਾ ਦੇ ਦਰਮਿਆਨ, ਕਿਉਂਕਿ ਏਜੀ ਸਿੱਧੂ ਦੇ ਅਸਤੀਫੇ ਤੋਂ ਬਾਅਦ ਅਤੇ ਨਵੇਂ ਲੱਗੇ ਏਜੀ ਕਈ ਦੇ ਨਿਯੁਕਤੀ ਤੋਂ ਬਾਅਦ ਇੱਕ ਬਵਾਲ ਉੱਠਿਆ ਹੋਇਆ ਪੰਜਾਬ ਦੇ ਵਿੱਚ। ਇਸ ਮੀਟਿੰਗ ਦੇ ਵਿੱਚ ਕਿੰਨਾ ਪਹਿਲੂਆਂ ਦੇ ਉੱਪਰ ਗੱਲਬਾਤ ਹੋਈ ਹੈ ਉਸ ਬਾਰੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਬੇਅਦਬੀ ਮਾਮਲੇ ਦੇ ਉੱਪਰ ਘਿਰਦੀ ਜਾ ਰਹੀ ਪੰਜਾਬ ਸਰਕਾਰ ਦੀ, ਜਿਸ ਨੂੰ ਲੈ ਕੇ ਕਿ ਹੁਣ ਵੱਡੀ ਤੇ ਅਹਿਮ ਮੰਗ ਵਿਰੋਧੀ ਧਿਰ ਦੇ ਵੱਲੋਂ ਰੱਖੀ ਗਈ ਹੈ ਕਿ ਇਹ ਮੰਗ ਪੂਰੀ ਕੀਤੀ ਜਾਏਗੀ ਜਾਂ ਫਿਰ ਨਹੀਂ। ਇਸ ਬਾਰੇ ਵਿਸਥਾਰ ਦੇ ਨਾਲ ਚਰਚਾ ਕੀਤੀ ਜਾਏਗੀ ਤੇ ਚਰਚਾ ਕਰਨ ਦੇ ਲਈ ਮੈਂ ਨਾਲ ਜੁੜੇ ਨੇ ਸਾਡੇ ਸੀਨੀਅਰ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ। ਸਿੱਧੂ ਸਾਹਿਬ, ਪਹਿਲਾਂ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਲਖਵਿੰਦਰ ਜੀ। ਸਿੱਧੂ ਸਾਹਿਬ, ਅੱਜ ਅਹਿਮ ਮੀਟਿੰਗ ਹੋਈ ਹੈ ਅਕਾਲੀ ਦਲ ਦੀ ਕੋਰ ਕਮੇਟੀ ਦੀ। ਲੰਮੀ ਚੱਲੀ ਮੀਟਿੰਗ ਦੇ ਵਿੱਚ ਕੁਝ ਤੱਥਾਂ ਦੇ ਉੱਪਰ ਕੁਝ ਗੱਲਾਂ ਦੇ ਉੱਪਰ ਸਹਿਮਤੀ ਬਣਦੀ ਹੋਈ ਨਜ਼ਰ ਆਈ ਹੈ। ਉਹ ਗੱਲਾਂ ਜਿਹੜੇ ਕਿ ਝੁੰਦਾ ਕਮੇਟੀ ਦੇ ਵੱਲੋਂ ਸਿਫਾਰਿਸ਼ਾਂ ਕੀਤੀਆਂ ਗਈਆਂ ਸੀ ਤੇ ਨਾਲ ਹੀ ਨਾਲ ਸਭ ਤੋਂ ਅਹਿਮ ਸਵਾਲ ਸੀ ਕਿ ਪ੍ਰਧਾਨਗੀ ਬਣੀ ਰਹੇਗੀ ਸੁਖਬੀਰ ਸਿੰਘ ਬਾਦਲ ਦੀ ਜਾਂ ਫਿਰ ਇਸ ਦੇ ਵਿੱਚ ਵੀ ਫੇਰ ਬਦਲ ਹੋਏਗਾ। ਕਿਵੇਂ ਰਹੀ ਪੂਰੀ ਇਹ ਮੀਟਿੰਗ ਤੇ ਕੀ ਤੱਥ ਨਿਕਲ ਕੇ ਸਾਹਮਣੇ ਆਏ ਨੇ? ਦੇਖੋ, ਪਿਛਲੇ ਲੰਬੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਪਰ ਪੂਰਨ ਤਰੀਕੇ ਦੇ ਨਾਲ ਪ੍ਰੈਸ਼ਰ ਸੀਗਾ ਕਿ ਜਿਹੜੀ ਝੁੰਦਾ ਕਮੇਟੀ ਬਣਾਈ ਗਈ ਸੀ ਉਹਦੀਆਂ ਸਿਫਾਰਿਸ਼ਾਂ ਨੂੰ ਮੰਨਿਆ ਕਿਉਂ ਨਹੀਂ ਜਾ ਰਿਹਾ, ਉਹਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਮੰਨੀਆਂ ਕਿਉਂ ਨਹੀਂ ਜਾ ਰਹੀਆਂ। ਇਹ ਜਿਹੜੀ ਪ੍ਰੈਸ਼ਰ ਬਣਿਆ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ, ਪ੍ਰਧਾਨ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਉੱਪਰ ਵੀ, ਜਿਵੇਂ ਆਪਾਂ ਦੇਖਿਆ ਕਿ ਮਨਪ੍ਰੀਤ ਸਿੰਘ ਇਆਲੀ ਹੋਰਾਂ ਨੇ ਵੀ ਜਿਹੜੇ ਲਗਾਤਾਰ ਇਹੀ ਗੱਲ ਕਹੀ ਸੀਗੀ ਕਿ ਸਾਨੂੰ ਜਿਹੜੀ ਆ ਲੀਡਰਸ਼ਿਪ ਦੇ ਵਿੱਚ ਤਬਦੀਲੀ ਲਿਆਉਣ ਦੀ ਜਿਹੜੀ ਉਹ ਲੋੜ ਹੈਗੀ ਆ। ਤਾਂ ਝੁੰਦਾ ਕਮੇਟੀ ਹੈ ਕੀ ਸੀ? 2022 ਦੀਆਂ ਚੋਣਾਂ ਹਾਰਨ ਤੋਂ ਬਾਅਦ ਅਕਾਲੀ ਦਲ ਨੇ ਉਹਨਾਂ ਹਾਰ ਦੇ ਉੱਪਰ ਮੰਥਨ ਕਰਨ ਦੇ ਲਈ ਇੱਕ 13 ਮੈਂਬਰੀ ਕਮੇਟੀ ਬਣਾਈ ਗਈ ਸੀ ਜਿਹਦੀ ਅਗਵਾਈ ਜਿਹੜੀ ਆ ਉਹ ਝੁੰਦਾ ਕਰ ਰਹੇ ਸੀਗੇ, ਇਕਬਾਲ ਸਿੰਘ ਝੁੰਦਾ ਕਰ ਰਹੇ ਸੀਗੇ, ਜਿਹੜੇ ਕਿ ਅਮਰਗੜ੍ਹ ਤੋਂ ਚੋਣ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਲੜੇ ਸੀਗੇ। ਤਾਂ ਉਹਨਾਂ ਨੇ 117 ਦੇ ਵਿੱਚੋਂ 100 ਸੀਟਾਂ ਦੇ ਉੱਪਰ ਜਾ ਕੇ, ਯਾਨੀ 100 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾ ਕੇ, ਪੰਥਕ ਹਲਕੇ ਵੀ ਉਹਦੇ ਵਿੱਚ ਨੇ, ਪੰਥਕ ਵੋਟਰ ਵੀ ਉਹਦੇ ਵਿੱਚ ਨੇ, ਆਮ ਵੋਟਰ ਵਰਕਰ ਲਾ ਲਓ, ਬਾਹਰਲੇ ਲੋਕ ਲਾ ਲਓ, ਸਾਰਿਆਂ ਤੋਂ ਪਤਾ ਲੱਗਿਆ ਕਿ ਉਹਨਾਂ ਤੋਂ ਇੱਕ ਜਾਣਕਾਰੀ ਹਾਸਲ ਕੀਤੀ ਹੈ ਕਿ ਆਖਿਰ ਅਕਾਲੀ ਦਲ ਦੇ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਪਤਨ ਹੋਣ ਵਾਲੇ ਪਾਸੇ ਨੂੰ ਜਾਣ ਦੇ ਜਿਹੜੇ ਆ ਕਾਰਨ ਕੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੀ ਅਕਾਲੀ ਦਲ ਦੀ ਹਾਰ ਦੇ ਕਾਰਨ ਕੀ ਹੈ। ਉਹ ਜਿਹੜੇ ਕਾਰਨ ਲੋਕਾਂ ਦੇ ਵੱਲੋਂ ਦੱਸੇ ਗਏ ਨੇ, ਉਹ ਕਾਰਨ ਸਾਰੇ ਦੇ ਸਾਰੇ ਕਹਿੰਦੇ ਹੂ ਜਿਹੜੇ ਕਾਰਨ ਆ ਉਹ ਲਿਖ ਕੇ ਦੇ ਦਿੱਤੇ ਗਏ ਆ। ਪਰ ਜਦੋਂ ਉੱਥੇ ਪਤਾ ਲੱਗਿਆ, ਜਦੋਂ ਰਿਪੋਰਟ ਖੋਲੀ, ਜਦੋਂ ਪਿਛਲੇ ਦਿਨੀ ਜਦੋਂ ਪਤਾ ਲੱਗਿਆ ਰਿਪੋਰਟ ਖੋਲੀ, ਜਦੋਂ ਆਪਾਂ ਸਾਰਿਆਂ ਨੇ ਖਬਰਾਂ ਕੀਤੀਆਂ ਸੀ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਜਿਹੜੇ ਆ ਅੱਜ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਗੇ, ਉਹ ਇਸੇ ਲਈ ਖਬਰਾਂ ਆ ਰਹੀਆਂ ਸੀ ਕਿਉਂਕਿ ਜਿਹੜੇ ਅਕਾਲੀ ਦਲ ਦੇ ਅਹਿਮ ਸੂਤਰ ਸੀਗੇ ਉਹ ਇਹ ਗੱਲਾਂ ਕਹਿ ਰਹੇ ਸੀਗੇ ਕਿ ਜਿਹੜੇ ਝੁੰਦਾ ਕਮੇਟੀ ਹੈ ਉਹਨੇ ਇਹਦੇ ਵਿੱਚ ਲਿਖਿਆ ਹੈ ਕਿ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਬਦਲਾਵ ਹੋਵੇ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਉਹ ਬਦਲਿਆ ਜਾਣਾ ਚਾਹੀਦਾ, ਯਾਨੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਗੱਦੀ ਲੈ ਕੇ ਕਿਸੇ ਹੋਰ ਨੂੰ ਜਿਹੜੀ ਆ ਉਹ ਦੇ ਦੇਣੀ ਚਾਹੀਦੀ ਹੈ। ਉਸ ਦਿਨ ਪੂਰੀ ਉਮੀਦ ਸੀ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਆ ਉਹ ਪ੍ਰਧਾਨਗੀ ਕਰ ਸਕਦੇ ਨੇ ਤੇ ਆਪਣੇ ਪ੍ਰਧਾਨਗੀ ਛੱਡਣ ਤੋਂ ਬਾਅਦ ਆਪਣੇ ਹੀ ਵਰਗੇ, ਆਪਣੇ ਹੀ ਖਾਸਮ ਖਾਸ ਜਿਹੜੇ ਉਹਨਾਂ ਦੇ ਕਹਿਣ ਤੇ ਚੱਲਣ, ਬਲਵਿੰਦਰ ਸਿੰਘ ਭੂੰਦੜ, ਉਹਨਾਂ ਨੂੰ ਪ੍ਰਧਾਨ ਸ਼ਾਇਦ ਉਹ ਬਣਾ ਦੇਣਗੇ। ਪਰ ਅਜਿਹਾ ਨਹੀਂ, ਕੁਝ ਵੀ ਨਹੀਂ ਹੋਇਆ। ਉੱਥੇ ਪਤਾ ਲੱਗਿਆ ਕਿ ਥੋੜਾ ਬਵਾਲ ਹੋਇਆ, ਉਸ ਜਿਹੜੀ ਝੁੰਦਾ ਰਿਪੋਰਟ ਹੈ ਜਿਹੜੀ ਉਹਨੂੰ ਨੱਪ ਲਿਆ ਗਿਆ ਤੇ ਚੁੱਪ ਕਰਕੇ ਉਹ ਕਮੇਟੀ ਜਿਹੜੀ ਮੀਟਿੰਗ ਹੈ ਉਹ ਸਮਾਪਤ ਹੋ ਗਈ। ਪਰ ਜਿਹੜੀਆਂ ਸਿਆਸੀ ਹਲਕਿਆਂ ਦੇ ਵਿੱਚ ਚਰਚਾਵਾਂ ਸੀ, ਖਾਸ ਕਰਕੇ ਅਕਾਲੀ ਹਲਕਿਆਂ ਦੇ ਵਿੱਚ ਚਰਚਾਵਾਂ ਸੀ, ਉਹ ਇਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਜੇ ਕਮੇਟੀ ਬਣਾਈ ਹੈ ਤੇ ਫਿਰ ਉਹਨਾਂ ਦੀਆਂ ਸਿਫਾਰਿਸ਼ਾਂ ਨੂੰ ਮੰਨ ਕਿਉਂ ਨਹੀਂ ਰਹੇ। ਖਾਸ ਕਰਕੇ ਲੋਕ ਉਸੇ ਸਿਫਾਰਿਸ਼ ਦੀ ਗੱਲ ਕਰ ਰਹੇ ਸੀ ਜਿਹਦੇ ਵਿੱਚ ਲਿਖਿਆ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਬਦਲਣ ਦੀ ਲੋਕ ਜਿਹੜੇ ਆ ਉਹ ਗੱਲ ਕਰ ਰਹੇ ਨੇ। ਤਾਂ ਉਸ ਮੰਗ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਸੀ। ਸੁਖਬੀਰ ਸਿੰਘ ਬਾਦਲ ਉਹਨਾਂ ਦੇ
ਉੱਪਰ ਜ਼ਿਆਦਾ ਪ੍ਰੈਸ਼ਰ ਸੀ। ਹੁਣ ਪਰ ਸਿੱਧੂ ਸਾਹਿਬ ਅੱਜ ਜਦੋਂ ਬਰੀਫਿੰਗ ਕੀਤੀ ਹੈਗੀ ਬਲਵਿੰਦਰ ਸਿੰਘ ਭੂੰਦੜ ਨੇ ਉਸ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ, ਬੀਬੀ ਜੰਗੀਰ ਕੌਰ ਵੀ ਨਾਲ ਸੀ ਉਹਨਾਂ ਦੇ, ਤੇ ਉਹ ਤਾਂ ਕਹਿੰਦੇ ਨਜ਼ਰ ਆਏ ਵੀ ਸਾਰੀਆਂ ਜੋ ਸਿਫਾਰਸ਼ਾਂ ਨੇ ਝੁੰਦਾ ਕਮੇਟੀ ਦੇ ਮੰਨੀਆਂ ਜਾਣਗੀਆਂ। ਮੈਂ ਉਸੇ ਵਾਲੇ ਪਾਸੇ ਆ ਰਿਹਾ ਤੇ ਲੇਕਿਨ ਸਿੱਧੂ ਸਾਹਿਬ ਉਹਨਾਂ ਨੇ ਇਹ ਵੀ ਗੱਲ ਨਾਲ ਕਹੀ ਹੈ ਵੀ ਇਹ ਤਾਂ ਸਿਫਾਰਸ਼ ਨਹੀਂ ਹੈਗੀ ਸੀ ਵਿੱਚ ਕਮੇਟੀ ਦੇ ਕੋਰ ਕਮੇਟੀ। ਜੀ ਮੈਂ ਉੱਥੇ ਹੀ ਆ ਰਿਹਾ ਜੀ। ਜਦੋਂ ਸੁਖਬੀਰ ਸਿੰਘ ਬਾਦਲ ਹੋਰੀ ਨੇ ਰਿਪੋਰਟ ਨੱਪ ਲਈ, ਲੋਕਾਂ ਨੂੰ ਬਾਹਰ ਪਤਾ ਲੱਗ ਗਿਆ ਕਿ ਇਹ ਸਿਫਾਰਿਸ਼ ਹੋਈ ਹੈ, ਤੇ ਲੋਕ ਜਿਹੜੇ ਆ ਇਸ ਗੱਲ ਦੇ ਉੱਪਰ ਜ਼ਿਆਦਾ ਜ਼ੋਰ ਲਾਉਣ ਲੱਗ ਗਏ ਕਿ ਇਹ ਜਿਹੜੀ ਹੈ ਰਿਪੋਰਟ ਨੂੰ ਫਿਰ ਤੁਸੀਂ ਜਨਤਕ ਕਰਦੇ ਕਿਉਂ ਨਹੀਂ? ਤੁਸੀਂ ਰਿਪੋਰਟ ਨੂੰ ਜਨਤਕ ਕਰੋ, ਤੁਸੀਂ ਰਿਪੋਰਟ ਨੂੰ ਜਿਹੜੀਆਂ ਸ਼ਰਤਾਂ ਨੇ, ਉਹ ਜਿਹੜੀਆਂ ਮੰਗਾਂ ਉਹਦੇ ਵਿੱਚ ਰੱਖੀਆਂ ਗਈਆਂ, ਉਹਨੂੰ ਲਾਗੂ ਕਰੋ। ਤਾਂ ਫਿਰ ਜੇ ਉਦੋਂ ਹੀ ਲਾਗੂ ਕਰਦੇ ਤਾਂ ਉਹਦੇ ਵਿੱਚ ਜਿਹੜੀਆਂ ਸ਼ਰਤਾਂ ਆਉਣੀਆਂ ਸੀ ਲਖਵਿੰਦਰ ਜੀ, ਉਹ ਸਾਹਮਣੇ ਆ ਜਾਣੀਆਂ ਸੀਗੀਆਂ। ਤੇ ਹੁਣ ਉਸੇ ਹੀ ਸ਼ਰਤਾਂ ਨੂੰ ਲੁਕਾਉਣ ਦੇ ਲਈ ਖਾਸ ਕਰਕੇ ਪ੍ਰਧਾਨ ਬਦਲਣ ਵਾਲੀ ਸ਼ਰਤ ਨੂੰ ਜਾਂ ਮੰਗ ਨੂੰ ਜਾਂ ਰਿਪੋਰਟ ਦੇ ਵਿੱਚ ਦਿੱਤੇ ਸੁਝਾਅ ਨੂੰ ਬਦਲਿਆ ਜਾ ਚੁੱਕਿਆ ਹੈ। ਮੈਂ ਤੁਹਾਨੂੰ ਦੱਸ ਦਵਾਂ ਕਿ ਰਿਪੋਰਟ ਪਤਾ ਲੱਗਿਆ ਕਿ ਬਦਲੀ ਜਾ ਚੁੱਕੀ ਹੈ, ਪਹਿਲਾਂ ਵਾਲੀ ਰਿਪੋਰਟ ਹੈ ਨਹੀਂ। ਜਿਹੜੇ ਫੈਸਲੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਮਨਜ਼ੂਰ ਸੀ, ਉਹ ਫੈਸਲੇ ਜਿਹੜੇ ਆ, ਉਹ ਮੰਗਾਂ ਜਿਹੜੀਆਂ ਉਸ ਰਿਪੋਰਟ ਦੇ ਵਿੱਚ ਰੱਖ ਲਈਆਂ ਗਈਆਂ ਨੇ, ਤੇ ਜਿਹੜੀਆਂ ਸੁਖਬੀਰ ਸਿੰਘ ਬਾਦਲ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ ਮੰਗਾਂ, ਉਹ ਜਿਹੜੀਆਂ ਮੰਗਾਂ ਹਟਾ ਦਿੱਤੀਆਂ ਗਈਆਂ ਨੇ। ਸਾਫ਼ ਤੌਰ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਜਿਹੜੀ ਉਸ ਦਿਨ ਕਿਉਂ ਨਹੀਂ ਜੀ ਬਲਵਿੰਦਰ ਸਿੰਘ ਭੂੰਦੜ ਹੋਣਾ ਨੇ ਇਹ ਗੱਲ ਕਹੀ, ਜਿੱਦਣ ਪਹਿਲੀ ਮੀਟਿੰਗ ਹੋਈ ਹੈ, ਜਿੱਦਣ ਪੱਤਰਕਾਰਾਂ ਨੇ ਉਦੋਂ ਸਵਾਲ ਵੀ ਕੀਤੇ ਬਲਵਿੰਦਰ ਸਿੰਘ ਭੂੰਦੜ ਹੋਣਾ ਨੂੰ, ਉਸ ਦਿਨ ਫਿਰ ਬਲਵਿੰਦਰ ਸਿੰਘ ਭੂੰਦੜ ਹੋਣਾ ਨੇ ਇਹ ਕਿਉਂ ਨਹੀਂ ਕਿਹਾ ਕਿ ਇਹ ਤਾਂ ਮੰਗ ਹੀ ਹੈ ਨਹੀਂ ਜੀ ਇਹਦੇ ਵਿੱਚ, ਅੱਜ ਕਿਉਂ ਇੰਨੇ ਦਿਨਾਂ ਬਾਅਦ ਕਹਿ ਰਹੇ ਨੇ? ਸਾਫ਼ ਹੈ ਕਿ ਉਸ ਸਮੇਂ ਜਿਹੜੀ ਉਹ ਰਿਪੋਰਟ ਹੈ ਸੁਖਬੀਰ ਸਿੰਘ ਬਾਦਲ ਹੋਣਾ ਦੀ ਸਿਆਸੀ ਤੌਰ ਤੇ ਗਲੇ ਦਾ ਫੰਦਾ ਜਿਹੜਾ ਉਹ ਬਣ ਚੁੱਕੀ ਸੀ। ਤਾਂ ਉਸ ਰਿਪੋਰਟ ਨੂੰ ਹੁਣ ਅੰਦਰ ਖਾਤੇ ਬਦਲਿਆ ਗਿਆ। ਉਸ ਰਿਪੋਰਟ ਨੂੰ ਬਦਲਣ ਤੋਂ ਬਾਅਦ ਖਾਸ ਤੌਰ ਤੇ ਇਹ ਗੱਲ ਕਹੀ ਗਈ ਹੈ ਕਿ ਲੀਡਰਸ਼ਿਪ ਦੇ ਵਿੱਚ ਬਦਲਾਅ ਹੋਊਗਾ, ਪਰ ਪ੍ਰਧਾਨ ਬਦਲਣ ਦੀ ਗੱਲ ਨਹੀਂ ਕੀਤੀ ਗਈ। ਜਿਹੜੀਆਂ ਲੀਡਰਸ਼ਿਪ ਦੀਆਂ ਬਦਲਾਅ ਹੋਣਗੀਆਂ ਜਾਂ ਫਿਰ ਜਿਹੜੀਆਂ ਉਹਦੇ ਵਿੱਚ ਮੰਗਾਂ ਨੇ ਜਿਹੜੀਆਂ ਲਾਗੂ ਕੀਤੀਆਂ ਜਾਣਗੀਆਂ, ਉਹ ਸੁਖਬੀਰ ਸਿੰਘ ਬਾਦਲ ਐਜ਼ ਆ ਪ੍ਰਧਾਨ ਲਾਗੂ ਕਰਨਗੇ। ਤਾਂ ਫਿਰ ਤੁਸੀਂ ਮੈਨੂੰ ਦੱਸ ਦਿਓ, ਸੁਖਬੀਰ ਸਿੰਘ ਬਾਦਲ ਜੇ ਲਾਗੂ ਕਰਨਗੇ ਤਾਂ ਫਿਰ ਉਹ ਐਜ਼ ਆ ਪ੍ਰਧਾਨ ਹੀ ਕਰਨਗੇ, ਫਿਰ ਪ੍ਰਧਾਨਗੀ ਕਿਵੇਂ ਉਹਨਾਂ ਤੋਂ ਲਈ ਜਾਊਗੀ? ਤਾਂ ਮੈਂ ਸਾਫ਼ ਕਰ ਦਿਆਂ ਕਿ ਹੁਣ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਰਿਪੋਰਟ ਜਨਤਕ ਕਰਾਂਗੇ। ਰਿਪੋਰਟ ਪਹਿਲਾਂ ਹੀ ਕਿਉਂ ਨਹੀਂ ਜਨਤਕ ਕੀਤੀ ਗਈ? ਹੁਣ ਆਪਣੇ ਹਿਸਾਬ ਦੇ ਨਾਲ ਰਿਪੋਰਟ ਨੂੰ ਦੁਬਾਰਾ ਤੋਂ ਢਾਲ ਲਿਆ ਗਿਆ, ਉਸ ਰਿਪੋਰਟ ਨੂੰ ਆਪਣੇ ਹਿਸਾਬ ਦੇ ਨਾਲ ਢਾਲ ਕੇ ਹੁਣ ਜਨਤਕ ਕਰ ਦੇਣਗੇ। ਤੁਹਾਨੂੰ ਪਤਾ ਹੀ ਆ ਲਖਵਿੰਦਰ ਜੀ, ਇੱਥੇ ਆਪਾਂ ਸੂਤਰਾਂ ਦੇ ਆਧਾਰ ਤੋਂ ਖਬਰਾਂ ਸਹੀ ਕੱਢ ਕੇ ਲਿਆਉਂਦੇ ਆ, ਤੇ ਜਦੋਂ ਮੀਡੀਆ ਦੇ ਵਿੱਚ ਰੌਲਾ ਪੈ ਜਾਂਦਾ ਤੇ ਉਹਨਾਂ ਖਬਰਾਂ ਨੂੰ ਫਿਰ ਬਦਲ ਦਿੰਦੇ ਆ। ਮੀਡੀਆ ਪਹਿਲਾਂ ਹੀ ਦੱਸ ਦਿੰਦਾ ਕਿ ਕਿਹੜੇ ਮੰਤਰੀ ਬਣ ਜਾ ਰਹੇ ਨੇ, ਕਿਹੜੇ ਮੁੱਖ ਮੰਤਰੀ ਬਣਨ ਜਾ ਰਹੇ ਨੇ, ਪਰ ਜਦੋਂ ਮੀਡੀਆ 'ਚ ਰੌਲਾ ਪੈਣ ਤੋਂ ਬਾਅਦ ਲੋਕਾਂ ਦਾ ਰੁਖ ਜਿਹੜਾ ਬਦਲ ਜਾਂਦਾ ਹੈ, ਫਿਰ ਉਸ ਬਦਲਦੇ ਰੁਖ ਨੂੰ ਦੇਖ ਕੇ ਇਹ ਜਿਹੜੇ ਆ ਸਾਰੇ ਦੇ ਸਾਰੇ ਆਪਣੀਆਂ ਰਿਪੋਰਟਾਂ ਵੀ ਚੇਂਜ ਕਰ ਲੈਂਦੇ ਨੇ, ਆਪਣੀਆਂ ਜਿਹੜੀਆਂ ਲਿਸਟਾਂ ਵੀ ਚੇਂਜ ਕਰ ਲੈਂਦੇ ਨੇ। ਉਸੇ ਹੀ ਤਰੀਕੇ ਦਾ ਸਿਸਟਮ ਇੱਥੇ ਬਣਿਆ। ਹੁਣ ਝੁੰਦਾ ਵਾਲੀ ਰਿਪੋਰਟ, ਝੁੰਦਾ ਰਿਪੋਰਟ ਜਿਹੜੀ ਹੈ ਲਖਵਿੰਦਰ ਜੀ, ਉਹ ਨਹੀਂ ਰਹੀ। ਹੁਣ ਜਿਹੜੀ ਹੈ ਉਹ ਸੁਖਬੀਰ ਸਿੰਘ ਬਾਦਲ ਦੀ ਰਿਪੋਰਟ ਬਣ ਚੁੱਕੀ ਹੈ, ਸੁਖਬੀਰ ਸਿੰਘ ਬਾਦਲ ਦੀ ਫੇਵਰੇਟ ਰਿਪੋਰਟ ਜਿਹੜੀ ਹੈ ਬਣ ਚੁੱਕੀ ਹੈ। ਪਰ ਸਿੱਧੂ ਸਾਹਿਬ ਦੂਸਰੇ ਪਾਸੇ ਹੁਣ ਜੀ, ਸਿੱਧੂ ਸਾਹਿਬ ਦੂਸਰੇ ਪਾਸੇ ਹੁਣ ਸਵਾਲ ਇਹ ਪੈਦਾ ਹੁੰਦਾਗਾ ਵੀ ਜੇਕਰ ਰਿਪੋਰਟ ਬਦਲ ਦਿੱਤੀ ਗਈ ਹੈ, ਸਿਫਾਰਸ਼ਾਂ ਦੀ ਗੱਲ ਕੀਤੀ ਗਈ ਹੈ, ਜਿਹੜੀਆਂ ਸਿਫਾਰਸ਼ਾਂ ਦੇ ਵਿੱਚ ਨੇ ਜਿਵੇਂ ਕਿ ਤੁਸੀਂ ਦੱਸ ਰਹੇ ਹੋਗੇ ਵੀ ਉਹ ਚੇਂਜ ਹੋ ਚੁੱਕੀਆਂ ਨੇ, ਲੋਕਾਂ ਦੀ ਫੀਡਬੈਕ ਜੇ ਪਾਰਟੀ ਕੋਲੇ ਪਹੁੰਚ ਵੀ ਗਈ ਹੈ, ਹੁਣ ਜੇ ਸਿਫਾਰਸ਼ਾਂ ਜਿਹੜੀਆਂ ਲੋਕਾਂ ਦੀ ਫੀਡਬੈਕ ਸੀ, ਲੋਕਾਂ ਦੇ ਵਿਚਾਰ ਸੀ, ਜੇ ਉਹ ਲਾਗੂ ਹੀ ਨਹੀਂ ਹੋਣੇ ਤਾਂ ਇਸ ਰਿਪੋਰਟ ਦੀਆਂ ਸਿਫਾਰਸ਼ਾਂ ਲਾਗੂ ਕਰਨ ਦਾ ਕੋਈ ਫਾਇਦਾ ਹੋਣ ਵਾਲਾ ਪਾਰਟੀ ਨੂੰ ਕਿ ਨਹੀਂ? ਸਮਝ ਗਿਆ ਮੈਂ ਤੁਹਾਡਾ ਸਵਾਲ ਲਖਵਿੰਦਰ ਜੀ। ਸੁਖਬੀਰ ਦੀ ਪ੍ਰਧਾਨਗੀ ਨੂੰ ਛੱਡ ਕੇ ਹੋਰ ਅਕਾਲੀ ਦਲ ਕੋਲੇ ਹੈ ਕੀ ਹੈ ਜਿਹੜਾ ਅਕਾਲੀ ਦਲ ਜਿਹਦਾ ਤਿਆਗ ਨਹੀਂ ਕਰ ਸਕਦਾ ਜੀ? ਹੋਰ ਅਕਾਲੀ ਦਲ ਦੇ ਕੋਲੇ ਹੈ ਕੀ ਆ ਜਿਹੜਾ ਛੱਡਣ ਤੇ ਅਕਾਲੀ ਦਲ ਨੂੰ ਨੁਕਸਾਨ ਹੋਊ ਜੀ? ਹੋਰ ਕੁਝ ਹੈ ਹੀ ਨਹੀਂ। ਸੁਖਬੀਰ ਕੋਲੇ ਇੱਕ ਪ੍ਰਧਾਨਗੀ ਹੈ, ਠੀਕ ਹੈ ਨਾ ਜੀ, ਉਹ ਪ੍ਰਧਾਨਗੀ ਆ। ਬਾਕੀ ਸੁਖਬੀਰ ਪ੍ਰਧਾਨਗੀ ਰੱਖ ਲੈਣਗੇ, ਬਾਕੀ ਸਾਰੀਆਂ ਗੱਲਾਂ ਮੰਨ ਲੈਣਗੇ, ਲੀਡਰਸ਼ਿਪ ਬਦਲ ਦੇਣਗੇ, ਉਹਨਾਂ ਦੇ ਹਿਸਾਬ ਨਾਲ ਕੁਝ ਬਦਲਾਅ ਕਰ ਦੇਣਗੇ। ਹੋਰ ਪੱਲੇ ਹੈ ਕੀ ਆ? ਤੁਸੀਂ ਮੈਨੂੰ ਇਹ ਦੱਸੋ। ਬਾਕੀ ਮੰਗਾਂ ਮੰਨ ਲਈਆਂ ਜਾਣਗੀਆਂ, ਜਿਹੜੀ ਚੀਜ਼ ਪੱਲੇ ਹੈ ਉਹ ਗੱਲ ਜਿਹੜੀ ਆ ਉਹ ਨਹੀਂ ਮੰਨੀ ਜਾਊਗੀ, ਉਹਨੂੰ ਆਪਣੇ ਹਿਸਾਬ ਦੇ ਨਾਲ ਜਿਹੜਾ ਤੋਰਿਆ ਜਾਊਗਾ। ਲਖਵਿੰਦਰ ਜੀ, ਸਭ ਤੋਂ ਅਹਿਮ ਉਹਨਾਂ ਦੇ ਕੋਲ ਇਸ ਵਕਤ ਪ੍ਰਧਾਨਗੀ ਹੈ, ਤੇ ਪ੍ਰਧਾਨਗੀ ਉਹ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਛੱਡਣਗੇ। ਬਾਕੀ ਸਾਰੀਆਂ ਮੰਗਾਂ ਚਾਹੇ ਉਹਨਾਂ ਨੂੰ ਮੰਨਣੀਆਂ ਪੈ ਜਾਣ। ਬਿਲਕੁਲ ਜੀ। ਤਾਂ ਆਪਾਂ ਕਹਿ ਸਕਦੇ ਹਾਂ ਫਿਰ ਵੀ ਜਿਹੜੀ ਲੋਕਾਂ ਦੀ ਅਹਿਮ ਮੰਗ ਸੀ, ਜੋ ਫੀਡਬੈਕ ਸੀ, ਕਿਉਂਕਿ ਜ਼ਿੰਮੇਵਾਰ ਆਮ ਆਪਾਂ ਚਰਚਾ ਦੇ ਵਿੱਚ, ਮੀਡੀਆ ਦੇ ਵਿੱਚ, ਡੋਮੇਨ ਦੇ ਵਿੱਚ ਇਹ ਗੱਲ ਚੱਲਦੀ ਹੈ, ਉਹ ਰਿਪੋਰਟ ਹੁਣ ਰਹੀ ਨਹੀਂ, ਹੁਣ ਲੋਕਾਂ ਤੋਂ ਬਣੀ ਰਿਪੋਰਟ ਉਹ ਰਹੀ ਨਹੀਂ। ਹੁਣ ਉਹ ਜਿਹੜੀ ਸਾਰੀ ਨਜ਼ਰਸ਼ਾਨੀ ਕੱਢੀ ਗਈ ਹੈ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ, ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ, ਉਹਦੇ ਵਿੱਚ ਕੀ ਚੇਂਜਸ ਕੀਤੇ ਗਏ ਨੇ ਉਹ ਹੁਣ ਉਹ ਜਾਣਦੇ ਨੇ। ਪਰ ਹਾਂ, ਇਹ ਜ਼ਰੂਰ ਅਸੀਂ ਕਹਿ ਰਹੇ ਹਾਂ ਕਿ ਸੁਖਬੀਰ ਸਿੰਘ ਬਾਦਲ ਨੂੰ
ਜਿਹੜੇ ਸੁਝਾਅ ਨੁਕਸਾਨ ਪਹੁੰਚਾਉਂਦੇ ਸੀ ਉਹ ਸੁਝਾਅ ਹੁਣ ਉਸ ਰਿਪੋਰਟ ਦੇ ਵਿੱਚ ਨਹੀਂ ਗਏ। ਬਿਲਕੁਲ ਜੀ, ਬਿਲਕੁਲ। ਸੋ ਇਸ ਮੀਟਿੰਗ ਤੋਂ ਬਾਅਦ ਕੋਰ ਕਮੇਟੀ ਦੀ, ਅਕਾਲੀ ਦਲ ਦੀ ਮੀਟਿੰਗ ਤੋਂ ਬਾਅਦ ਇੱਕ ਹੋਰ ਅਹਿਮ ਮੀਟਿੰਗ ਦੀ ਗੱਲ ਕਰੀਏ, ਜਿਹੜੀ ਮੀਟਿੰਗ ਦਿੱਲੀ ਦੇ ਵਿੱਚ ਹੋਈ ਸੀ, ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ, ਆਮ ਆਦਮੀ ਪਾਰਟੀ ਦੇ ਸੁਪਰੀਮੋ, ਕਨਵੀਨਰ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਰਾਘਵ ਚੱਡਾ ਸ਼ਾਮਿਲ ਹੋਏ ਸੀ, ਕਿਉਂਕਿ ਏਜੀ ਦੀ ਅਸਤੀਫੇ ਤੇ ਨਵੇਂ ਏਜੀ ਦੀ ਨਿਯੁਕਤੀ ਦੇ ਉੱਪਰ ਬਵਾਲ ਮਚਿਆ ਹੋਇਆਗਾ। ਵਿਰੋਧੀ ਧਿਰਾਂ ਦੇ ਨਿਸ਼ਾਨੇ ਉੱਪਰ ਨੇ, ਸਿੱਖ ਜਥੇਬੰਦੀਆਂ ਦੇ ਨਿਸ਼ਾਨੇ ਉੱਪਰ ਨੇ, ਤੇ ਖਾਸ ਤੌਰ ਤੇ ਬੇਅਦਬੀ ਮਾਮਲੇ ਦੇ ਉੱਪਰ ਜੋ ਪ੍ਰੋਟੈਸਟ ਹੋ ਰਿਹਾਗਾ ਉਹਨਾਂ ਕਮੇਟੀਆਂ ਦੇ ਨਿਸ਼ਾਨੇ ਉੱਪਰ ਨਵੇਂ ਏਜੀ ਨੇਗੇ। ਕਿਵੇਂ ਦੇਖ ਰਹੇ ਹੋ ਇਸ ਮੀਟਿੰਗ ਨੂੰ? ਇਸ ਮੀਟਿੰਗ ਦੇ ਵਿੱਚ ਹੋਰ ਕਿਹੜੀਆਂ ਅਹਿਮ ਗੱਲਾਂ ਨੂੰ ਵਿਚਾਰਿਆ ਗਿਆ ਹੋਵੇਗਾ? ਦੇਖੋ, ਮੀਟਿੰਗ ਇਹ ਬੜੀ ਅਹਿਮ ਹੈ, ਜਿਹਦੇ ਵਿੱਚ ਇਹ ਸਭ ਤੋਂ ਜ਼ਿਆਦਾ ਚਰਚਾਵਾਂ ਸੀ ਕਿ ਭਗਵੰਤ ਮਾਨ ਤੇ ਰਾਘਵ ਚੱਡੇ ਦੇ ਵਿਚਕਾਰ ਖੜ ਗਈ ਹੈ। ਤੁਸੀਂ ਵੀ ਪ੍ਰੋਗਰਾਮ ਕੀਤਾ, ਹਾਲਾਂਕਿ ਮੈਂ ਅਵੇਲੇਬਲ ਨਹੀਂ ਸੀ ਕੁਝ ਨਿੱਜੀ ਕਾਰਨਾਂ ਦੇ ਕਰਕੇ। ਤੁਸੀਂ ਲਗਾਤਾਰ ਅੱਜ ਸਾਰੀ ਦਿਹਾੜੀ ਉਸ ਚੀਜ਼ ਦੇ ਉੱਪਰ ਵਾਚ ਕੀਤੀ ਹੈ ਔਰ ਮੈਂ ਤੁਹਾਡੇ ਤੋਂ ਹੀ ਜਾਣਕਾਰੀ ਲਈ ਹੈ ਇਸ ਪੂਰੇ ਮਾਮਲੇ ਤੇ। ਜਿਸ ਤਰੀਕੇ ਦੇ ਨਾਲ ਜਿਹੜੀ ਹੈ ਖਬਰ ਤੁਸੀਂ ਦਿੱਤੀ ਹੈ ਕਿ ਰਾਘਵ ਚੱਡਾ ਤੇ ਭਗਵੰਤ ਮਾਨ ਦੇ ਵਿਚਕਾਰ ਜਿਹੜੀ ਉਹ ਖੜਕ ਗਈ ਹੈ, ਦੂਜੇ ਚੈਨਲਾਂ ਤੇ ਵੀ ਚੱਲੀਆਂ ਇਹ ਖਬਰਾਂ, ਉਹ ਖਬਰ ਦੇ ਉੱਪਰ ਇਹ ਮੀਟਿੰਗ ਮੋਹਰ ਲਾਉਂਦੀ ਹੈ ਕਿ ਵਾਕਈ ਹੁਣ ਰਿਸ਼ਤੇ ਸੁਖਾਵੇਂ ਨਹੀਂ, ਵਾਕਈ ਆਮ ਆਦਮੀ ਪਾਰਟੀ ਦੇ ਅੰਦਰ ਜਿਹੜੀ ਸਿਆਸਤ ਹੈ ਉਹ ਆਪਸੀ ਸਿਆਸਤ ਸੁਖਾਵੀਂ ਨਹੀਂ ਚੱਲ ਰਹੀ। ਰਵਿੰਦਰ ਜੀ, ਇਸੇ ਕਰਕੇ ਰਾਘਵ ਚੱਡਾ ਤੇ ਭਗਵੰਤ ਮਾਨ ਨੂੰ ਜਲਦ ਤੋਂ ਜਲਦ ਜਿਹੜਾ ਉਹ ਦਿੱਲੀ ਬੁਲਾਇਆ ਗਿਆ, ਉੱਥੇ ਮੀਟਿੰਗ ਹੋਈ ਹੈ। ਮੀਟਿੰਗ ਬੇਸ਼ੱਕ ਕੋਈ ਵੀ ਕਾਰਨ ਦੱਸੇ ਗਏ ਹੋਣ, ਖਾਸ ਤੌਰ ਤੇ ਕਾਰਨ ਇਹੀ ਹੈ ਕਿ ਭਗਵੰਤ ਮਾਨ ਨੂੰ ਮਨਾਉਣਾ ਕਿਵੇਂ ਹੈ, ਰਾਘਵ ਚੱਡੇ ਦੇ ਨਾਲ ਤੋਰਨਾ ਕਿਵੇਂ ਹੈ, ਦੋਵਾਂ ਨੂੰ ਆਪਸ ਦੇ ਵਿੱਚ ਰਲਾ ਕੇ ਤੋਰਨਾ ਕਿਵੇਂ ਹੈ। ਉਵੇਂ ਮੀਟਿੰਗ ਹੈ ਜਿਵੇਂ ਹਾਈ ਕਮਾਨ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਲੜਾਈ ਦੇ ਵਿੱਚ ਕਰਦੀ ਹੁੰਦੀ ਸੀ, ਉਸੇ ਤਰੀਕੇ ਦੀ ਇਹ ਮੀਟਿੰਗ ਹੈ। ਉਸੇ ਤਰੀਕੇ ਦੇ ਹੀ ਕਰਕੇ ਇਹਨੂੰ ਸੱਦਿਆ ਗਿਆ। ਉੱਥੇ ਪੰਜਾਬ ਦੇ ਮਸਲੇ ਘੱਟ, ਪਾਰਟੀ ਦੇ ਨਿੱਜੀ ਮਸਲੇ ਜ਼ਿਆਦਾ ਵਿਚਾਰੇ ਜਾਣਗੇ ਕਿ ਤੁਸੀਂ ਆਪਸ ਦੇ ਵਿੱਚ ਚੱਲਣਾ ਕਿਵੇਂ ਹੈ। ਜੇ ਰਾਘਵ ਚੱਡਾ ਇਦਾਂ ਕਹਿ ਰਹੇ ਤੇ ਕੀ ਇਹਦੇ ਵਿੱਚ ਪਾਰਟੀ ਨੂੰ ਫਾਇਦੇ ਆ, ਕੀ ਤੁਹਾਨੂੰ ਫਾਇਦੇ ਆ, ਤੁਸੀਂ ਕਿਸ ਤਰੀਕੇ ਦੇ ਨਾਲ ਰਾਘਵ ਚੱਡਾ ਦੀ ਗੱਲ ਮੰਨਣੀ ਹੈ। ਇਹ ਜਿਹੜੀਆਂ ਗੱਲਾਂ ਉੱਥੇ ਖਾਸ ਤੌਰ ਤੇ ਲਖਵਿੰਦਰ ਜੀ ਹੋਈਆਂ ਨੇ ਔਰ ਹੋਣੀਆਂ ਵੀ ਨੇ, ਕਿਉਂਕਿ ਰਾਘਵ ਚੱਡਾ ਤੋਂ ਬਿਨਾਂ ਦਿੱਲੀ ਜਿਹੜੀ ਹੈ ਇੱਥੇ ਸਰਕਾਰ ਨਹੀਂ ਚਲਾ ਸਕਦੀ। ਇਸ ਕਰਕੇ ਰਾਘਵ ਚੱਡੇ ਨੂੰ ਬਹੁਤਾ ਨਹੀਂ ਝੁੜਕ ਸਕਦੇ। ਰਾਘਵ ਚੱਡਾ ਤਾਂ ਹੈ ਹੀ ਉਹਨਾਂ ਦੇ, ਹੋ ਸਕਦਾ ਕਿ ਭਗਵੰਤ ਸਿੰਘ ਮਾਨ ਹੋਰਾਂ ਦੇ ਅੱਗੇ ਨਕਲੀ ਨੁਕਲੀ ਆ ਝਿੜਕ ਦੇਣ, ਇਹ ਵੀ ਗੱਲਾਂ ਹੋ ਸਕਦੀਆਂ ਨੇ। ਪਰ ਅਸਲੀ ਮੀਟਿੰਗ ਇਸ ਕਰਕੇ ਸੱਦੀ ਹੈ ਕਿ ਆਪਸ ਦੇ ਵਿੱਚ ਜੋ ਇੱਥੇ ਖਟਾਸ ਆਈ ਹੈ ਉਸ ਖਟਾਸ ਨੂੰ ਖਤਮ ਕਰਨ ਦੇ ਲਈ, ਉਸ ਖਟਾਸ ਨੂੰ ਨਕਲੀ ਪਹਿਰਾਵਾ ਪਹਿਨਾਉਣ ਦੇ ਲਈ ਕਿ ਨਹੀਂ ਰਾਘਵ ਚੱਡਾ ਤੁਹਾਡੇ ਛੋਟੇ ਭਰਾ ਨੇ, ਰਾਘਵ ਚੱਡਾ ਤੁਹਾਡੇ ਨਾਲ ਮਿਲ ਕੇ ਚੱਲਣਗੇ, ਤੁਸੀਂ ਇਹਨਾਂ ਦੀ ਗੱਲ ਮੰਨਣੀ ਹੈ ਤੇ ਇਹ ਤੁਹਾਡੀ ਗੱਲ ਮੰਨਣਗੇ। ਇਸ ਤਰੀਕੇ ਦੀ ਉੱਥੇ ਮੀਟਿੰਗ ਹੈਗੀ ਹੈ। ਬੇਸ਼ੱਕ ਰੰਗਤ ਇਹ ਦਿੱਤੀ ਗਈ ਹੋਵੇ ਕਿ ਪੰਜਾਬ ਦੇ ਵੱਖ-ਵੱਖ ਮੁੱਦੇ, ਚਾਹੇ ਉਹ ਬੇਅਦਬੀ ਵਾਲੇ ਬਰਗਾੜੀ ਕਾਂਡ ਦਾ ਹੋਵੇ, ਚਾਹੇ ਉਹ ਗੋਲੀ ਕਾਂਡ ਜਿਹੜੇ ਹੈਗੇ ਆ ਉਹ ਹੋਵੇ, ਉਹਦੇ ਉੱਪਰ ਜਿਹੜਾ ਬਰਗਾੜੀ ਮੋਰਚਾ ਲੱਗਿਆ ਹੈ, ਉਹਨਾਂ ਨੇ ਜਿਹੜਾ ਸਰਕਾਰ ਨੂੰ ਵਕਤ ਨਹੀਂ ਦਿੱਤਾ, ਸਰਕਾਰ ਨੂੰ ਟਾਈਮ ਨਹੀਂ ਦਿੱਤਾ, ਉਸ ਨੂੰ ਕਿਸ ਤਰੀਕੇ ਦੇ ਨਾਲ ਹੱਲ ਕਰਨਾ ਹੈ, ਉਹ ਸਾਰੀਆਂ ਗੱਲਾਂ ਬਾਤਾਂ ਕਹੀਆਂ ਗਈਆਂ ਹੋਣ। ਪਰ ਲਖਵਿੰਦਰ ਜੀ, ਉਹ ਸਾਰੀਆਂ ਗੱਲਾਂ ਬਾਤਾਂ ਹੀ ਨੇ। ਮੇਨ ਗੱਲ ਭਗਵੰਤ ਸਿੰਘ ਮਾਨ ਅਤੇ ਰਾਘਵ ਚੱਡੇ ਦੀ ਆਈ ਆਪਸੀ ਖਟਾਸ ਦੇ ਬਾਰੇ ਹੀ ਉੱਥੇ ਜਿਹੜੀ ਗੱਲਬਾਤ ਹੋਈ ਹੈ। ਬਿਲਕੁਲ ਜੀ, ਬਿਲਕੁਲ। ਕਿ ਇਸ ਤੋਂ ਬਿਨਾਂ ਏਜੀ ਦਾ ਮਾਮਲਾ ਵੀ ਵਿਚਾਰਿਆ ਗਿਆ, ਕਿਉਂਕਿ ਨਵੇਂ ਲੱਗੇ ਏਜੀ ਕਈ, ਉਹਨਾਂ ਦੀ ਨਿਯੁਕਤੀ ਉੱਪਰ ਬਹੁਤ ਵੱਡਾ ਬਵਾਲ ਬਣਿਆ ਹੋਇਆ। ਮੈਂ ਕਹਿ ਰਿਹਾ ਕਿਉਂਕਿ ਇਹਦੇ ਵਿੱਚ ਨਾ ਬੜਾ ਕਾਫੀ ਅਹਿਮ ਮੁੱਦੇ ਹੈਗੇ ਆ, ਕਿਉਂਕਿ ਰਾਘਵ ਚੱਡਾ ਪਤਾ ਲੱਗਿਆ ਕਿ ਅਫਸਰ ਵੀ ਆਪਣੇ ਹਿਸਾਬ ਦੇ ਨਾਲ ਆ ਰਹੇ ਨੇ। ਇੱਥੋਂ ਤੱਕ ਕਿ ਮੈਂ ਲਖਵਿੰਦਰ ਜੀ, ਮੇਰਾ ਕੋਈ ਦੂਰ ਨੇੜੇ ਦਾ ਕੋਈ ਸੱਜਣ ਮਿੱਤਰ ਹੈ ਜਿਹੜਾ ਕਿ ਮੈਂ ਨਾਮ ਨਹੀਂ ਲਵਾਂਗਾ, ਚਲੋ ਪ੍ਰੋਫੈਸ਼ਨ ਵੀ ਨਹੀਂ ਦੱਸਾਂਗਾ, ਉਹਨੇ ਬੜੀ ਪੁਖਤਾ ਜਾਣਕਾਰੀ ਦਿੱਤੀ ਕਿ ਅਸੀਂ ਕਿਸੇ ਅਨਮੋਲ ਰਤਨ ਸਿੱਧੂ ਨੂੰ ਜਾ ਕੇ ਮਿਲੇ ਕਿ ਭਾਈ ਏਦਾਂ ਦਾ ਕਰਕੇ ਜੀ, ਉਹ ਕਹਿੰਦੇ ਜੀ ਰਾਘਵ ਚੱਡੇ ਤੋਂ ਬਿਨਾਂ ਏਜੀ ਨਹੀਂ ਲੱਗ ਸਕਦੀ। ਇਸ ਤਰੀਕੇ ਦੇ ਨਾਲ ਤਾਂ ਪਤਾ ਲੱਗਿਆ ਕਿ ਅਨਮੋਲ ਰਤਨ ਸਿੱਧੂ ਆਪਣੀ ਟੀਮ ਸਟਰੋਂਗ ਟੀਮ ਬਣਾਉਣਾ ਚਾਹੁੰਦੇ ਸੀ। ਪਤਾ ਲੱਗਿਆ ਕਿ ਰਾਘਵ ਚੱਡਾ ਉੱਥੇ ਬੰਦੇ ਐਡਜਸਟ ਕਰਨਾ ਚਾਹੁੰਦੇ ਸੀ। ਫਿਰ ਤੁਸੀਂ ਐਂ ਦੱਸੋ ਕਿ ਜਿਵੇਂ ਪਿਛਲੀ ਸਰਕਾਰ ਵਾਲੀ ਏਜੀ ਦੀ ਜਿਹੜੀ ਟੀਮ ਸੀ, ਕੋਈ ਬਹੁਤੀ ਸਟਰੋਂਗ ਨਹੀਂ ਟੀਮ ਸੀ। ਉਸ ਨੇ ਕਿਸੇ ਵੀ ਤਰੀਕੇ ਦੀ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਨੂੰ ਕੋਈ ਵੱਡੀ ਕਾਨੂੰਨੀ ਤੌਰ ਤੇ ਸਹਾਇਤਾ ਨਹੀਂ ਕੀਤੀ, ਕੋਈ ਵੱਡੇ ਕੇਸ ਜਿੱਤ ਕੇ ਨਹੀਂ ਦਿੱਤੇ। ਤੇ ਜਦੋਂ ਟੀਮ ਵੀ ਤੁਹਾਡੀ ਮਾੜੀ ਹੈ ਤਾਂ ਫਿਰ ਤੁਸੀਂ ਕਿੱਦਾਂ? ਅਨਮੋਲ ਰਤਨ ਸਿੱਧੂ ਜਿਹੜੇ ਆ ਕਾਫੀ ਮੰਨੇ ਪ੍ਰਮੰਨੇ ਵਕੀਲ ਨੇ, ਕਾਫੀ ਚੰਗੀ ਛਵੀ ਵਾਲੇ ਵਕੀਲ ਨੇ। ਉਹ ਚਾਹੁੰਦੇ ਆ ਕਿ ਮੇਰੀ ਟੀਮ ਜਿਹੜੀ ਹੈ ਉਹ ਇੱਕ ਕੈਪੇਬਲ ਟੀਮ ਹੋਵੇ, ਉਹ ਮੇਰੀ ਇੱਕ ਵਧੀਆ ਟੀਮ ਹੋਵੇ, ਉਹ ਮੇਰੀ ਟੀਮ ਹੈ ਜਿਹੜੀ ਇੱਕ ਮਹਾਰਤ ਹਾਸਲ ਹੋਵੇ ਉਹਨੂੰ ਇਸ ਚੀਜ਼ ਦੇ ਵਿੱਚ, ਤਾਂ ਜੋ ਸਾਨੂੰ ਕਿਤੇ ਵੀ ਜਿਹੜਾ ਹਾਰ ਦਾ ਮੂੰਹ ਦੇਖਣਾ
ਨਾ ਪਵੇ। ਪਰ ਜਦੋਂ ਸਰਕਾਰਾਂ ਆਪਣੇ ਉੱਥੇ ਬੰਦੇ ਐਡਜਸਟ ਕਰਨ ਲੱਗੀਆਂ ਜਾਂਦੀਆਂ ਨੇ, ਬਜਾਏ ਇਸ ਦੇ ਕਿ ਇਹ ਬੰਦਾ ਇੱਥੇ ਕੈਪੇਬਲ ਹੈ, ਬਜਾਏ ਬੰਦਾ ਕਿ ਇੱਥੇ ਇਹ ਬੰਦਾ ਕਾਬਲੀਅਤ ਰੱਖਦਾ ਹੈ, ਤੇ ਇਸ ਚੀਜ਼ ਦੀ ਬਜਾਏ ਜਦੋਂ ਉੱਥੇ ਬੰਦੇ ਐਡਜਸਟ ਹੋਣੇ ਸ਼ੁਰੂ ਹੋ ਜਾਂਦੇ ਨੇ, ਤਾਂ ਫਿਰ ਲਖਵਿੰਦਰ ਜੀ ਤੁਸੀਂ ਐਂ ਦੱਸ ਦਿਓ ਕਿ ਫਿਰ ਪੰਜਾਬ ਦਾ ਏਜੀ ਜਿਹੜਾ ਉਹ ਕਿਵੇਂ ਜਿੱਤ ਪਾਊਗਾ ਕੇਸ, ਕਿਵੇਂ ਪੰਜਾਬ ਨੂੰ ਕਾਨੂੰਨੀ ਸਹਾਇਤਾ ਦੇ ਪਾਊਗਾ। ਜੀ ਤਾਂ ਉਹ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਖਾਸ ਤੌਰ ਤੇ ਠੀਕ ਹੈ, ਜਿਹੜਾ ਏਜੀ ਘਈ ਨੂੰ ਲਗਾਇਆ ਗਿਆ ਉਹਦੇ, ਹੁਣ ਮੈਨੂੰ ਲੱਗਦਾ ਕਿ ਇੱਥੇ ਆਪਾਂ ਬਾਰ-ਬਾਰ ਬੋਲ ਕੇ ਦੱਸਣ ਦੀ ਲੋੜ ਨਹੀਂ, ਕਿਉਂਕਿ ਉਹ ਸੌਦਾ ਸਾਧ ਦਾ ਵਕੀਲ, ਸਿੰਗਲੇ ਦਾ ਵਕੀਲ, ਹੋਰ ਬਹੁਤ ਸਾਰੇ ਅਨੇਕਾਂ ਇਹੋ ਜਿਹੇ ਕੇਸ ਜਿਹੜੇ ਕਿ ਪੰਜਾਬ ਸਰਕਾਰ ਦੇ ਵਿਰੋਧ 'ਚ ਨੇ, ਪੰਜਾਬੀਅਤ ਦੇ ਵਿਰੋਧ 'ਚ ਨੇ, ਜਿਹੜੇ ਵਕੀਲ ਘਈ ਜਿਹੜੇ ਆ ਉਹ ਲੜਦੇ ਰਹੇ ਆ। ਤਾਂ ਉਹਨਾਂ ਕੇਸਾਂ ਨੂੰ ਸਰਕਾਰ ਦੇ ਵੱਲੋਂ ਘਈ ਫਿਰ ਕਿਸੇ ਕਿਵੇਂ ਲੜਨਗੇ, ਉਹੀ ਸਥਿਤੀ ਬਣੀ ਹੋਈ ਹੈ। ਜਦੋਂ ਜਿਹੜੇ ਇੱਕ ਏਜੀ ਲਾਏ ਗਏ ਸੀਗੇ ਚੰਨੀ ਸਰਕਾਰ ਦੇ ਵੱਲੋਂ, ਤੇ ਨਵਜੋਤ ਸਿੰਘ ਸਿੱਧੂ ਨੇ ਸਿੱਧੇ ਖੜੇ ਹੋ ਕੇ ਦੋਵੇਂ ਹੱਥ ਚੱਕ ਕੇ ਵਿਰੋਧ ਕੀਤਾ ਸੀਗਾ ਕਿ ਆਹ ਚੱਕੂ ਅਸਤੀਫਾ, ਜੇ ਇਹ ਡੀਜੀਪੀ ਤੇ ਏਜੀ ਨਹੀਂ ਬਦਲਣਾ ਤੇ ਆਹ ਚੱਕੂ ਮੈਂ ਛੱਡੀ ਪ੍ਰਧਾਨਗੀ। ਤਾਂ ਫਿਰ ਉਹਨਾਂ ਨੂੰ ਮਜਬੂਰੀ ਦੇ ਵਿੱਚ ਏਜੀ ਡੀਜੀ ਬਦਲਣੇ ਪੈ ਗਏ ਸੀ। ਹੁਣ ਉਸ ਤੋਂ ਵੀ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਸ ਡੀਜੀਪੀ ਨੂੰ ਕਾਰਨ ਦੱਸ ਕੇ ਉਹ ਏਜੀ ਹਟਾਇਆ ਸੀਗਾ, ਉਸ ਏਜੀ ਤੋਂ ਕਿਤੇ ਵੱਧ ਕੇ ਇਹਦੇ ਵਿੱਚ ਖਾਮੀਆਂ ਹੋ ਸਕਦਾ ਕਿ ਆਪਣੇ ਪ੍ਰੋਫੈਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਕੈਪੇਬਲ ਹੋਣ, ਬਹੁਤ ਜ਼ਿਆਦਾ ਕਾਬਲੀਅਤ ਰੱਖਦੇ ਹੋਣ। ਪਰ ਜਿਵੇਂ ਬੇਅਦਬੀ ਮਾਮਲਿਆਂ ਤੇ, ਜਿਵੇਂ ਪਤਾ ਲੱਗਿਆ ਕਿ ਸਿੰਗਲੇ ਦੇ ਮਾਮਲੇ ਤੇ, ਜਿਵੇਂ ਪਤਾ ਲੱਗਿਆ ਕਿ ਗੁਰਮੀਤ ਰਾਮ ਰਹੀਮ ਦੇ ਮਾਮਲੇ ਦੇ ਉੱਪਰ ਇਹ ਉਹਨਾਂ ਦੇ ਵਕੀਲ ਰਹੇ ਨੇ, ਤਾਂ ਪੰਜਾਬ ਸਰਕਾਰ ਦੇ, ਪੰਜਾਬੀਅਤ ਦੇ ਵਕੀਲ ਇਹ ਖਿਲਾਫ ਲੜਦੇ ਰਹੇ ਨੇ। ਤਾਂ ਫਿਰ ਕਿਵੇਂ ਜਿਹੜਾ ਇਹ ਪੰਜਾਬ ਦੇ ਹੱਕ ਦੇ ਵਿੱਚ ਫੈਸਲੇ ਕਰਾ ਸਕਦੇ ਆ। ਉਸ ਚੰਨੀ ਦੇ ਏਜੀ ਤੋਂ ਕਿਤੇ ਜ਼ਿਆਦਾ ਇਸ ਏਜੀ ਦੇ ਉੱਪਰ ਸਵਾਲ ਖੜੇ ਹੁੰਦੇ ਨੇ, ਇਸ ਕਰਕੇ ਇਹਨੂੰ ਹਟਾਉਣਾ ਲਾਜ਼ਮੀ ਹੈ। ਤੇ ਭਗਵੰਤ ਮਾਨ ਜਿਹੜੇ ਆ ਉਹ ਮਜਬੂਰੀ ਦੇ ਵਿੱਚ ਉੱਥੇ ਇਹ ਕਹਿ ਰਹੇ ਨੇ। ਭਗਵੰਤ ਦੇਖੋ ਚੰਗੀ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਜਿਹੜੀ ਆ ਰਗ ਰਗ ਤੋਂ ਵਾਕਿਫ ਨੇ ਕਿ ਪੰਜਾਬ ਦੇ ਲੋਕ ਕਿਸ ਤਰੀਕੇ ਦੇ ਨਾਲ ਕਿਹੜੀਆਂ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ। ਤੁਸੀਂ ਦੇਖੋ ਜਦੋਂ ਨਵਜੋਤ ਸਿੰਘ ਸਿੱਧੂ ਨੇ ਉਸ ਏਜੀ ਦਾ ਵਿਰੋਧ ਕੀਤਾ ਸੀ ਤਾਂ ਸਾਰਾ ਪੰਜਾਬ ਨਵਜੋਤ ਸਿੰਘ ਸਿੱਧੂ ਨਾਲ ਖੜਾ ਹੋ ਗਿਆ ਸੀ। ਤੇ ਅੱਜ ਜੇ ਜਿਹੜਾ ਆਮ ਆਦਮੀ ਪਾਰਟੀ ਨੇ ਉਹ ਵਕੀਲ ਘਈ ਨੂੰ ਜਿਹੜੇ ਇੰਨੀਆਂ ਖਾਮੀਆਂ ਹੋਣ ਦੇ ਬਾਵਜੂਦ ਉਹਨਾਂ ਨੂੰ ਏਜੀ ਲਾਇਆ ਤਾਂ ਸਾਰਾ ਪੰਜਾਬ ਉਹਨਾਂ ਦੇ ਉਲਟ ਖੜਾ ਹੋ ਗਿਆ। ਤੇ ਜੇ ਭਗਵੰਤ ਮਾਨ ਉਸ ਚੀਜ਼ ਨੂੰ ਸਮਝ ਕੇ ਵੀ ਉਸ ਦਾ ਵਿਰੋਧ ਨਹੀਂ ਕਰਨਗੇ, ਪਾਰਟੀ ਨੂੰ ਨਹੀਂ ਦੱਸਣਗੇ, ਤਾਂ ਮੈਨੂੰ ਲੱਗਦਾ ਕਿ ਰਾਘਵ ਚੱਡਾ ਤੇ ਅਰਵਿੰਦ ਕੇਜਰੀਵਾਲ ਦੇ ਨਾਲ ਜਿਹੜੇ ਪੰਜਾਬ ਦੇ ਲੋਕ ਜਿਹੜੇ ਆ ਭਗਵੰਤ ਮਾਨ ਨੂੰ ਵੀ ਦੋਸ਼ੀ ਮੰਨਣਗੇ ਤੇ ਭਗਵੰਤ ਮਾਨ ਨੂੰ ਵੀ ਜਿਹੜਾ ਉਹ ਮਾਫ ਨਹੀਂ ਕਰਨਗੇ। ਜਿਹਦੇ ਕਰਕੇ ਭਗਵੰਤ ਮਾਨ ਜਿਹੜੇ ਆ ਹੁਣ ਉਹ ਚਾਹੁੰਦੇ ਆ ਕਿ ਉਹ ਵਕੀਲ ਨੂੰ ਜਿਹੜਾ ਬਦਲ ਦਿੱਤਾ ਜਾਵੇ। ਉੱਥੇ ਜਿਹੜੀ ਆ ਜ਼ਰੂਰ ਜਾ ਕੇ ਉਹਨਾਂ ਨੇ ਜਿਹੜੀ ਹੈਗੀ ਆ ਆਪਣੇ ਸੁਝਾਅ ਜਿਹੜੇ ਦਿੱਤੇ ਹੋਣਗੇ। ਜੀ ਬਿਲਕੁਲ ਜੀ, ਬਿਲਕੁਲ। ਆਪਾਂ ਕਹਿ ਸਕਦੇ ਹਾਂ ਕਿ ਬਰਗਾੜੀ ਮਾਮਲੇ ਉੱਪਰ ਜਾਂ ਬੇਦਬੀ ਮਾਮਲੇ ਉੱਪਰ ਮੰਥਨ ਜ਼ਰੂਰ ਹੋਏਗਾ, ਲੇਕਿਨ ਇਸ ਮਾਮਲੇ ਦੇ ਵਿੱਚ ਸਰਕਾਰ ਹੋਰ ਘਿਰਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਹੁਣ ਵਿਰੋਧੀ ਧਿਰ ਦੇ ਵੱਲੋਂ ਵੀ ਇੱਕ ਅਹਿਮ ਤੇ ਵੱਡੀ ਮੰਗ ਰੱਖ ਦਿੱਤੀ ਗਈ ਹੈ। ਸੋ ਅੱਜ ਬਾਜਵਾ ਸਾਹਿਬ ਵੱਲੋਂ ਇਹ ਗੱਲ ਗਈ ਹੈ, ਪ੍ਰਤਾਪ ਸਿੰਘ ਬਾਜਵਾ ਨੇ ਇੱਕ ਅਹਿਮ ਮੰਗ ਰੱਖੀ ਹੈਗੀ। ਉਹ ਕਹਿੰਦੇ ਵੀ ਇੱਕ ਵਿਸ਼ੇਸ਼ ਸਮਾਗਮ ਬੁਲਾਇਆ ਜਾਵੇ, ਸੈਸ਼ਨ ਬੁਲਾਇਆ ਜਾਵੇ ਸਿਰਫ ਔਰ ਸਿਰਫ ਬੇਅਦਬੀ ਮਾਮਲੇ ਦੇ ਉੱਪਰ। ਕੀ ਸਰਕਾਰ ਉਹਨਾਂ ਦੀ ਇਸ ਮੰਗ ਨੂੰ ਮੰਨੂਗੀ? ਜੇਕਰ ਮੰਨੂਗੀ ਤਾਂ ਹਾਲਾਤ ਕਿਸ ਤਰ੍ਹਾਂ ਦੇ ਬਣਨੇ ਬੇਅਦਬੀ ਮਾਮਲੇ ਦੇ ਵਿੱਚ? ਨਹੀਂ ਦੇਖੋ ਲਖਵਿੰਦਰ ਜੀ, ਮੰਗ ਤਾਂ ਮੰਨਣੀ ਚਾਹੀਦੀ ਹੈ, ਕਿਉਂਕਿ ਪਹਿਲਾਂ ਵੀ ਸੈਸ਼ਨ ਬੁਲਾਏ ਨੇ, ਫਿਰ ਸੈਸ਼ਨ ਦੇ ਵਿੱਚ ਹੋਣਾ ਵੀ ਕੀ ਆ, ਰੌਲਾ ਰੱਪਾ ਪਾ ਕੇ ਬਾਈਕਾਟ ਕਰਕੇ ਇਹ ਆ ਜਾਂਦੇ ਨੇ। ਔਰ ਬੇਅਦਬੀ ਦੇ ਉੱਪਰ ਦੇਖੋ ਆਪਾਂ ਫਿਲਹਾਲ ਮੈਨੂੰ ਲੱਗਦਾ ਕਿ ਸੈਸ਼ਨ ਨਹੀਂ ਬੁਲਾ ਪਾਊਗੀ ਪੰਜਾਬ ਸਰਕਾਰ ਜਿਹੜੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਘਿਰੀ ਹੋਈ ਹੈ, ਪੂਰੇ ਤਰੀਕੇ ਦੇ ਨਾਲ, ਜਿਸ ਤਰੀਕੇ ਦੇ ਨਾਲ ਪੂਰੇ ਤਰੀਕੇ ਨਾਲ ਫਸੀ ਹੋਈ ਹੈ। ਦੇਖੋ ਪਿਛਲੇ ਸੈਸ਼ਨ ਦੇ ਵਿੱਚ ਉਹਨਾਂ ਦੇ ਹੀ ਐਮਐਲਏ ਜਿਹੜੇ ਕੁੰਵਰ ਵਿਜੇ ਪ੍ਰਤਾਪ ਸੀ, ਕੁੰਵਰ ਵਿਜੇ ਪ੍ਰਤਾਪ ਨੇ ਮੰਗ ਰੱਖੀ ਕਿ ਮੈਨੂੰ ਥੋੜਾ ਜਿਹਾ ਚਿਰ ਬੋਲਣ ਦਾ ਇਸ ਮੁੱਦੇ ਤੇ ਬੋਲਣ ਦਾ ਮੌਕਾ ਦਿਓ। ਮੈਂ ਯਕੀਨ ਦਿਵਾਉਣਾ ਕਿ ਜਿਹੜੀਆਂ ਗੱਲਾਂ ਮੈਂ ਬੋਲਣੀਆਂ ਨੇ ਉਹ ਪੰਜਾਬੀਅਤ ਨੂੰ, ਪੰਜਾਬ ਨੂੰ, ਸਾਡੀ ਸਰਕਾਰ ਨੂੰ ਵੀ, ਤੇ ਨਾਲ ਦੀ ਨਾਲ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਪੂਰੇ ਮਾਮਲੇ 'ਚ ਇਨਸਾਫ ਚਾਹੁੰਦੇ ਨੇ ਉਹਨਾਂ ਨੂੰ ਫਾਇਦਾ ਹੀ ਹੋਊਗਾ। ਪਰ ਨਹੀਂ, ਉਹਨਾਂ ਨੇ ਬੋਲਣ ਨਹੀਂ ਦਿੱਤਾ ਉੱਥੇ। ਤੁਸੀਂ ਇਹ ਦੇਖੋ ਕਿ ਉਹ ਤਾਂ ਉਹਨਾਂ ਦੇ ਆਪਣੇ ਸੀ, ਉਹ ਤਾਂ ਉਹਨਾਂ ਨੂੰ ਸਾਫ਼ ਪਤਾ ਸੀਗਾ ਕਿ ਇਹ ਤਾਂ ਸਾਡੇ ਖਿਲਾਫ ਨਹੀਂ ਬੋਲਣਗੇ, ਪਰ ਉਹਨਾਂ ਨੂੰ ਵੀ ਬੋਲਣ ਦਾ ਟਾਈਮ ਨਹੀਂ ਦਿੱਤਾ ਗਿਆ। ਪਰ ਕਿਸੇ ਬੰਦੇ ਨੇ, ਚਾਹੇ ਪ੍ਰਤਾਪ ਸਿੰਘ ਬਾਜਵਾ ਨੇ, ਠੀਕ ਹੈ ਸਮਰਥਨ ਜ਼ਰੂਰ ਕੀਤਾ ਕਿ ਟਾਈਮ ਮਿਲਣਾ ਚਾਹੀਦਾ, ਪਰ ਜਦੋਂ ਟਾਈਮ ਨਹੀਂ ਮਿਲਿਆ ਤਾਂ ਉੱਥੇ ਰੌਲਾ ਰੱਪਾ ਹੀ ਨਹੀਂ ਕਿਸੇ ਦੇ ਵੱਲੋਂ ਪਾਇਆ ਗਿਆ। ਹੁਣ ਨਾਟਕ ਜ਼ਰੂਰ ਕੀਤੇ ਜਾ ਰਹੇ ਆ ਕਿ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ। ਕੀ ਹੋ ਜੂਗਾ ਸਪੈਸ਼ਲ ਸੈਸ਼ਨ ਬੁਲਾ ਕੇ? ਕੀ ਹੋ ਜੂ ਮੈਨੂੰ ਦੱਸੋ ਲਖਵਿੰਦਰ ਜੀ, ਤੁਸੀਂ ਸਿਆਣੇ ਪੱਤਰਕਾਰ ਹੋ, ਆਪਾਂ ਸਾਰੇ ਜਣੇ ਇਸ ਚੀਜ਼ ਨੂੰ ਪੂਰਾ ਕਵਰ ਕਰਦੇ ਹਾਂ। ਇਹ ਡਰਾਮੇ ਨਾਟਕ ਆਪਾਂ ਪਿਛਲੇ
7-8 ਸਾਲਾਂ ਤੋਂ ਦੇਖ ਰਹੇ ਹਾਂ। ਪਿਛਲੀ ਸਰਕਾਰ ਨੇ ਵੀ ਵਿਸ਼ੇਸ਼ ਸੈਸ਼ਨ ਬਣਾਏ ਸੀ। ਨਵਜੋਤ ਸਿੰਘ ਸਿੱਧੂ ਨੇ ਝੋਲੀਆਂ ਡੱਟ ਕੇ ਉੱਥੇ ਅਰਦਾਸਾਂ ਮੰਗੀਆਂ ਸੀਗੀਆਂ, ਮੰਗਾਂ ਮੰਗੀਆਂ ਸੀ ਕਿ ਭਾਈ ਸਾਨੂੰ ਇਨਸਾਫ ਇਸ ਪੂਰੇ ਮਾਮਲੇ 'ਚ ਦਿਵਾ ਦਿਓ, ਪਰ ਕੁਝ ਨਹੀਂ ਜਿਹੜਾ ਉੱਥੇ ਹੋਇਆ। ਤੇ ਪਰ ਉੱਥੇ ਉਲਟ ਹੀ ਸਾਰਾ ਕੁਝ ਹੋਇਆ। ਤਾਂ ਕੇਜਰੀਵਾਲ ਜਿਹੜੇ ਆ ਉਹ ਕਹਿੰਦੇ ਸੀ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਲੋੜ ਹੀ ਨਹੀਂ ਹੈ। ਸਿੱਧੇ ਤੌਰ ਤੇ ਉਹਨਾਂ ਨੂੰ ਸਵਾਲ ਪੁੱਛਣ ਕਿ ਕੇਜਰੀਵਾਲ ਕਹਿੰਦੇ ਸੀ ਕਿ 24 ਘੰਟੇ 'ਚ ਇਨਸਾਫ ਦੇ ਦਾਂਗੇ, ਇੱਕ ਸਬੂਤ ਇਕੱਠੇ ਹੋਏ ਪਏ ਨੇ, ਸਾਰਾ ਕੁਝ ਹੋਇਆ ਪਿਆ। ਹੁਣ 24 ਘੰਟੇ ਤਾਂ ਕਿੰਨੇ ਬੀਤ ਗਏ, 4 ਮਹੀਨੇ ਵੀ ਬੀਤ ਗਏ, 6 ਮਹੀਨੇ ਹੋਰ ਮੰਗੀ ਜਾਂਦੇ ਹੋ, ਕੁੱਲ 10 ਮਹੀਨੇ ਹੋ ਗਏ। 10 ਮਹੀਨਿਆਂ ਤੋਂ ਬਾਅਦ ਵੀ ਕੋਈ ਪੱਕਾ ਪਤਾ ਨਹੀਂ ਕਿ ਤੁਸੀਂ ਇਨਸਾਫ ਦੇ ਪਾਓਗੇ ਕਿ ਨਹੀਂ ਦੇ ਪਾਓਗੇ। ਉਧਰ ਕੁੰਵਰ ਵਿਜੇ ਪ੍ਰਤਾਪ ਵੀ ਵੱਡੇ ਸਵਾਲ ਚੁੱਕ ਰਹੇ ਨੇ। ਉਹ ਕਹਿੰਦੇ ਕਿ ਹਾਲੇ ਤੱਕ ਇਹੀ ਨਹੀਂ ਸਾਬਤ ਹੋ ਪਾਇਆ, ਅਸੀਂ ਡਿਸਾਈਡ ਨਹੀਂ ਕਰ ਪਾਏ ਕਿ ਇਹਨਾਂ ਮਾਮਲਿਆਂ ਦੀ ਜਾਂਚ ਕੌਣ ਕਰੂਗਾ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਜਿਹੜਾ ਜਸਟਿਸ ਹੈ ਉਹ ਡਿਨਾਈ ਹੋ ਚੁੱਕਿਆ। ਜਸਟਿਸ ਜਿਹੜਾ ਉਹ ਮਿਲਣ ਦੀ ਉਮੀਦ ਬੜੀ ਘੱਟ ਹੈ। ਹਾਲਾਂਕਿ ਉਹ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਉਮੀਦ ਦੀ ਕਿਰਨ ਹੈ, ਉਹ ਦੇਖੋ ਜਿਹੜੀ ਪਾਰਟੀ ਦੇ ਜਿਹੜੇ ਉਹ MLA ਨੇ ਉਸ ਪਾਰਟੀ ਦਾ ਉਹਨਾਂ ਨੇ ਥੋੜਾ ਬਹੁਤਾ ਸਮਰਥਨ ਦੇਖੋ ਕਰਨਾ ਹੀ ਹੈ। ਤਾਂ ਫਿਰ ਉਹਨਾਂ ਨੇ ਜ਼ਰੂਰ ਕਿਹਾ ਕਿ ਸਾਡੀ ਪਾਰਟੀ ਦਿਵਾਊਗੀ, ਪਰ ਮੈਨੂੰ ਉਮੀਦ ਜਿਹੜੀ ਬੜੀ ਘੱਟ ਹੈ, ਪਰ ਮੈਨੂੰ ਲੱਗਦਾ ਨਹੀਂ ਕਿ ਇਨਸਾਫ ਮਿਲ ਪਾਊਗਾ, ਪਰ ਸਾਡੀ ਪਾਰਟੀ ਦੀ ਸਰਕਾਰ ਹੈ, ਉਮੀਦ ਦੀ ਕਿਰਨ ਬਾਕੀ ਹੈ। ਇਹ ਤੋਂ ਸਾਫ਼ ਲੱਗਦਾ ਸੀ ਕਿ ਇਹ ਜਵਾਬ ਗੋਲ-ਮੋਲ ਹੈ। ਤਾਂ ਮੈਨੂੰ ਲੱਗਦਾ ਹੈ ਕਿ ਸੈਸ਼ਨ ਬੁਲਾਉਣ ਦਾ ਕੋਈ ਫਾਇਦਾ ਨਹੀਂ। ਸਿੱਧੇ ਤੌਰ ਤੇ ਵਿਰੋਧ ਕਰਨ, ਸਿੱਧੇ ਤੌਰ ਤੇ ਰੋਸ ਪ੍ਰਦਰਸ਼ਨ ਕਰਨ, ਸਿੱਧੇ ਤੌਰ ਤੇ ਬਰਗਾੜੀ ਮੋਰਚੇ ਦਾ ਸਮਰਥਨ ਕਰਨ, ਸਿੱਧੇ ਤੌਰ ਤੇ ਸਰਕਾਰ ਨੂੰ ਜਵਾਬਦੇਹ ਬਣਾਉਣ ਕਿ ਦੱਸੋ ਭਾਈ ਤੁਸੀਂ ਫਿਰ ਉਦੋਂ ਸਿਰਫ ਔਰ ਸਿਰਫ ਸਿਆਸਤ ਕੀਤੀ ਸੀ, ਤੁਸੀਂ ਸਿਰਫ ਉਦੋਂ ਝੂਠ ਬੋਲਿਆ ਸੀ ਕਿ 24 ਘੰਟੇ 'ਚ ਇਨਸਾਫ ਦਿਵਾਇਆ ਜਾ ਸਕਦਾ। ਜੇ 24 ਘੰਟਿਆਂ 'ਚ ਇਨਸਾਫ ਦਿਵਾਇਆ ਜਾ ਸਕਦਾ ਤਾਂ ਫਿਰ ਦਿੰਦੇ ਕਿਉਂ ਨਹੀਂ? ਤੁਸੀਂ ਕਹਿੰਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਦੋਸ਼ ਹੈ, ਕਾਂਗਰਸ ਨੇ ਫੜੇ ਨਹੀਂ। ਹੁਣ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਹੈ ਨਾ ਕਾਂਗਰਸ ਹੈ, ਹੁਣ ਸਰਕਾਰ ਤੁਹਾਡੀ ਹੈ। ਤੇ ਫਿਰ ਜੇ ਤੁਸੀਂ ਉਹਨਾਂ ਨੂੰ ਫੜ ਵੀ ਲਾਓਗੇ, ਉਹਨਾਂ ਨੂੰ ਝੂਠੇ ਕਰਾਰ ਕਰ ਵੀ ਦਿਓਗੇ ਤਾਂ ਫਿਰ ਤੁਹਾਨੂੰ ਹੀ ਫਾਇਦਾ ਹੈ। ਤਾਂ ਫਿਰ ਤੁਸੀਂ ਫੜਦੇ ਕਿਉਂ ਨਹੀਂ? ਜਾਂ ਫਿਰ ਤੁਸੀਂ ਇਹ ਮੰਨ ਲਓ ਕਿ ਅਸੀਂ ਸਿਰਫ ਉਦੋਂ ਸਿਆਸਤ ਕੀਤੀ ਸੀ ਇਸ ਪੂਰੇ ਮਾਮਲੇ ਤੇ ਜਿਹਨੇ ਵੀ ਇਸ ਪੂਰੇ ਮਾਮਲੇ ਤੇ ਸਿਆਸਤ ਲਖਵਿੰਦਰ ਜੀ ਕੀਤੀ ਹੈ ਉਹਦਾ ਰਿਹਾ ਕੱਖ ਨਹੀਂ, ਤੇ ਹੁਣ ਜਿਹੜਾ ਅੱਗੇ ਵੀ ਕਰ ਰਿਹਾ ਰਹਿਣਾ ਉਹਦਾ ਵੀ ਕੱਖ। ਬਿਲਕੁਲ ਜੀ, ਬਿਲਕੁਲ। ਤੇ ਜਿਹੜੀ ਗੱਲ ਤੁਸੀਂ ਇਜਲਾਸ ਬੁਲਾਉਣ ਦੀ ਸੀ, ਉਹਦੇ ਉੱਪਰ ਤਾਂ ਮੋਹਰ ਲਗਾਉਂਦੇ ਹੋਏ ਨਜ਼ਰ ਆਏ ਨੇ ਜੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ। ਉਹ ਕਹਿੰਦੇ ਸੈਸ਼ਨ ਤਾਂ ਪਹਿਲਾਂ ਵੀ ਬੁਲਾਏ ਗਏ ਸੀ, ਉਦੋਂ ਹੋਇਆ ਕੀ ਸੀ। ਇਸ ਕਰਕੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਕਦੇ ਵੀ ਇਜਲਾਸ ਨਹੀਂ ਬੁਲਾਏਗੀ, ਉਹਦੇ ਉੱਪਰ ਮੋਹਰ ਲਗਾਉਂਦੇ ਹੋਏ ਨਜ਼ਰ ਆਏ ਨੇ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਹੀ। ਸੋ ਸਿੱਧੂ ਸਾਹਿਬ, ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਸੀਨੀਅਰ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ, ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਹਾਡੇ ਕਮੈਂਟ ਸਾਡੇ ਲਈ ਬਹੁਤ ਕੀਮਤੀ ਹੁੰਦੇ ਨੇ। ਸਾਡੇ ਪ੍ਰੋਗਰਾਮ ਵਿੱਚ ਸੁਧਾਰ ਕਰਨ ਦੇ ਲਈ ਤੁਹਾਡੇ ਕਮੈਂਟ ਬਹੁਤ ਹੀ ਕੀਮਤੀ ਨੇ। ਸੋ ਕਮੈਂਟ ਕਰਦੇ ਰਿਹਾ ਕਰੋ, ਸ਼ੇਅਰ ਕਰਦੇ ਰਿਹਾ ਕਰੋ ਜੇਕਰ ਖਬਰ ਅੱਛੀ ਲੱਗਦੀ ਹੈ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।